ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਇਹ ਹੈ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ। ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਮੰਡੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਰਿਵਾਲਸਰ ਵਿੱਚ ਸਥਿਤ ਹੈ। ਇਹ ਇਤਿਹਾਸਿਕ ਗੁਰਦੁਆਰਾ ਸਿੱਖਾਂ ਦੇ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਰਿਵਾਲਸਰ ਮੰਡੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਜੋ ਕਿ ਮੰਡੀ ਤੋਂ 24 ਕਿਲੋਮੀਟਰ ਦੂਰ ਸੜਕ ਮਾਰਗ ਰਾਹੀਂ ਜੁੜਿਆ ਹੋਇਆ ਹੈ। ਜੇਕਰ ਤੁਸੀਂ ਰਿਵਾਲਸਰ ਆ ਕੇ ਇਸ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੋ ਰਸਤਿਆਂ ਰਾਹੀਂ ਇੱਥੇ ਪਹੁੰਚ ਸਕਦੇ ਹੋ। ਪਹਿਲਾ ਰਸਤਾ ਹੈ ਕੀਰਤਪੁਰ ਸਾਹਿਬ ਤੋਂ ਮੰਡੀ ਹੁੰਦੇ ਹੋਏ ਰਿਵਾਲਸਰ। ਪੁਰਾਣੀ ਦਿੱਲੀ ਤੋਂ ਚੱਲਣ ਵਾਲੀ ਗੱਡੀ ਨੰਬਰ 14553 ਹਿਮਾਚਲ ਐਕਸਪ੍ਰੈਸ ਜੋ ਕਿ ਰਾਤ ਨੂੰ 10:50 'ਤੇ ਚੱਲਦੀ ਹੈ। ਇਸ ਟ੍ਰੇਨ ਰਾਹੀਂ ਤੁਸੀਂ ਸਵੇਰੇ 5:35 'ਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਪਹੁੰਚ ਜਾਓਗੇ। ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਤੁਹਾਨੂੰ ਮੰਡੀ ਦੇ ਬੱਸ ਸਟੈਂਡ ਦੀ ਬੱਸ ਆਸਾਨੀ ਨਾਲ ਮਿਲ ਜਾਏਗੀ। ਮੰਡੀ ਦੇ ਬੱਸ ਸਟੈਂਡ ਤੋਂ ਤੁਹਾਨੂੰ ਰਿਵਾਲਸਰ ਦੀ ਬੱਸ ਲੈਣੀ ਪਏਗੀ ਤੇ ਇਸ ਤਰ੍ਹਾਂ ਤੁਸੀਂ ਇਸ ਪਹਿਲੇ ਰਸਤੇ ਰਾਹੀਂ ਰਿਵਾਲਸਰ ਪਹੁੰਚ ਜਾਓਗੇ। ਦੂਜਾ ਰਸਤਾ ਹੈ ਊਨਾ ਹਿਮਾਚਲ ਤੋਂ ਜਾਊ ਹੁੰਦੇ ਹੋਏ ਰਿਵਾਲਸਰ। ਦੂਜੇ ਰਸਤੇ ਰਾਹੀਂ ਜਾਣ ਵਾਸਤੇ ਤੁਹਾਨੂੰ ਗੱਡੀ ਨੰਬਰ 14553 'ਚ ਕੀਰਤਪੁਰ ਦੀ ਬਜਾਏ ਊਨਾ ਹਿਮਾਚਲ ਰੇਲਵੇ ਸਟੇਸ਼ਨ 'ਤੇ ਉਤਰਨਾ ਪਏਗਾ। ਇਹ ਗੱਡੀ ਊਨਾ ਹਿਮਾਚਲ ਰੇਲਵੇ ਸਟੇਸ਼ਨ 'ਤੇ 7:15 'ਤੇ ਪਹੁੰਚਦੀ ਹੈ। ਰੇਲਵੇ ਸਟੇਸ਼ਨ ਤੋਂ ਪਹਿਲਾਂ ਤੁਹਾਨੂੰ ਊਨਾ ਦੇ ਬੱਸ ਸਟੈਂਡ ਜਾਣਾ ਪਏਗਾ ਜੋ ਕਿ 3 ਕਿਲੋਮੀਟਰ ਦੂਰ ਹੈ। ਊਨਾ ਬੱਸ ਸਟੈਂਡ ਤੋਂ ਤੁਹਾਨੂੰ ਪਹਿਲਾਂ ਜਾਊ ਦੀ ਬੱਸ ਲੈਣੀ ਪਏਗੀ ਤੇ ਜਾਊ ਬੱਸ ਸਟੈਂਡ ਪਹੁੰਚ ਕੇ ਤੁਹਾਨੂੰ ਰਿਵਾਲਸਰ ਦੀ ਬੱਸ ਮਿਲੇਗੀ ਜੋ ਕਿ ਤੁਹਾਨੂੰ ਰਿਵਾਲਸਰ ਪਹੁੰਚਾ ਦੇਗੀ। ਤੇ ਇਸ ਤਰ੍ਹਾਂ ਇਹਨਾਂ ਦੋਨਾਂ ਰਸਤਿਆਂ ਰਾਹੀਂ ਤੁਸੀਂ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਪਹੁੰਚ ਸਕਦੇ ਹੋ। ਇਹ ਹੈ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਤੇ ਹੁਣ ਮੈਂ ਇਸ ਇਤਿਹਾਸਿਕ ਗੁਰਦੁਆਰਾ ਰਿਵਾਲਸਰ ਸਾਹਿਬ ਜੀ ਦੀ ਪਰਿਕਰਮਾ ਕਰਨ ਲੱਗਿਆ ਹਾਂ। तेरे जी तू सद ही साथी। ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾਉਂਦਾ ਹਾਂ ਇਤਿਹਾਸਿਕ ਗੁਰਦੁਆਰਾ ਰਿਵਾਲਸਰ ਸਾਹਿਬ ਜੀ ਦੇ ਦਰਬਾਰ ਦੇ। ਆਓ ਚੱਲਦੇ ਹਾਂ ਫਿਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ। ਇਹ ਹੈ ਦਰਬਾਰ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਜੀ ਦਾ। ਜਿਵੇਂ ਕਿ ਮੈਂ ਸ਼ੁਰੂਆਤ 'ਚ ਹੀ ਦੱਸ ਚੁੱਕਿਆ ਹਾਂ ਕਿ ਇਹ ਇਤਿਹਾਸਿਕ ਗੁਰਦੁਆਰਾ ਸਿੱਖਾਂ ਦੇ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਆਓ ਇਸ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਿਵਾਲਸਰ ਸਾਹਿਬ ਜੀ ਦੇ ਮਹੱਤਵ ਅਤੇ ਇਤਿਹਾਸ ਦੀ ਸੰਪੂਰਨ ਜਾਣਕਾਰੀ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਤੋਂ ਲੈਂਦੇ ਹਨ। ਸਾਰੇ ਮਿਲ ਕੇ ਧਿਆਨ ਨਾਲ ਸੁਣਿਓ। ਵਾਹਿਗੁਰੂ ਜੀ ਦੀ ਫਤਿਹ। ਆਪਾਂ ਪਿਤਰ ਸਥਾਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨ ਛੂਹ ਹੈ ਜੀ। ਇਸ ਜਗ੍ਹਾ ਤੇ ਗੁਰੂ ਸਾਹਿਬ ਜੀ 17 ਸਿੱਖ ਦੀ ਵਿਸਾਖੀ ਨੂੰ ਆਏ ਸੀਗੇ ਤੇ ਆਉਣ ਦਾ ਕਾਲ ਸੀਗਾ ਜਿੰਨੇ 22 ਧਾਰ ਦੇ ਪਹਾੜੀ ਰਾਜੇ ਹੋਏ ਉਹਨਾਂ ਨੇ ਗੁਰੂ ਸਾਹਿਬ ਜੀ ਇੱਥੇ ਬੁਲਾਇਆ ਸੀਗਾ ਮੀਟਿੰਗ ਦੇ ਬਹਾਨੇ ਮੀਟਿੰਗ ਕਰਨ ਵਾਸਤੇ। ਲੇਕਿਨ ਜਿਹੜੇ 22 ਧਾਰ ਦੇ ਪਹਾੜੀ ਰਾਜੇ ਸੀਗੇ ਔਰੰਗਜ਼ੇਬ ਅੰਦਰ ਰਾਜ ਕਰ ਰਹੇ ਸੀਗੇ। ਟੈਕਸ ਦੇ ਕਰਕੇ ਗੁਲਾਮ ਹੋ ਕੇ ਆਪਣਾ ਰਾਜ ਅੱਗੇ ਕਰੀ ਜਾ ਰਹੇ ਸੀ। ਕਾਫੀ ਸਮੇਂ ਤੋਂ ਟੈਕਸ ਪੇ ਨਹੀਂ ਕੀਤਾ ਸੀਗਾ। ਇਸ ਕਰਕੇ ਉਹਨਾਂ ਨੇ ਔਰੰਗਜ਼ੇਬ ਜਿਹੜਾ ਸੀਗਾ ਉਹਨੇ ਉਹਨਾਂ ਨੂੰ ਕਿਹਾ 22 ਧਾਰ ਦੇ ਪਹਾੜੀ ਰਾਜੇ ਆਖਣਾ ਕੀਤਾ ਕਿ ਤੁਸੀਂ ਸਾਡਾ ਜਿਹੜਾ ਟੈਕਸ ਵਧਾ ਦਿਓ। ਕਾਫੀ ਸਮੇਂ ਤੁਸੀਂ ਦਿੱਤਾ ਨਹੀਂ ਹੈ। 22 ਧਾਰ ਦੇ ਪਹਾੜੀ ਰਾਜੇ ਹੱਥ ਖੜੇ ਕਰਦੇ ਜਾ ਕੇ ਬੇਨਤੀ ਕੀਤੀ ਕਿ ਸਾਡੇ ਤੇ ਬੜੀ ਭਾਰੀ ਮਾਤਰਾ ਵਿੱਚ ਤੁਸੀਂ ਟੈਕਸ ਲਾਏ ਹੋਏ ਇੰਨਾ ਅਸੀਂ ਨਹੀਂ ਦੇ ਸਕਦੇ। ਇਹਦੇ ਵਿੱਚ ਕੋਈ ਥੋੜ੍ਹੀ ਬਹੁਤ ਛੋਟ ਸਾਨੂੰ ਰਿਆਇਤ ਸਾਨੂੰ ਦਿੱਤੀ ਜਾ ਤਾਂ ਜੋ ਅਸੀਂ ਟੈਕਸ ਵੀ ਤੁਹਾਨੂੰ ਸਹੀ ਟਾਈਮ 'ਤੇ ਦੇ ਸਕੀਏ ਅਤੇ ਆਪਣਾ ਜਿਹੜਾ ਹੈ ਆਪਣਾ ਰਾਜ ਵੀ ਸਹੀ ਤਰੀਕੇ ਨਾਲ ਅਸੀਂ ਕਰ ਸਕੀਏ। ਉਸ ਵੇਲੇ ਜਦੋਂ ਇਹ ਬੇਨਤੀ ਕਰਨਾ ਕੀਤਾ ਅਤੇ ਉਸ ਵੇਲੇ ਔਰੰਗਜ਼ੇਬ ਨੇ ਕਿਹਾ ਕਿ ਤੁਹਾਨੂੰ ਟੈਕਸ ਦੇ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਇਹ ਤਾਂ ਤੁਹਾਨੂੰ ਦੇਣਾ ਪਏਗਾ ਪਰ ਇੱਕ ਤਰੀਕਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਫੜ ਕਰਕੇ ਮੇਰੇ ਕੋਲ ਕੈਦ ਕਰਵਾ ਦਿੰਦੇ ਹੋ, ਗ੍ਰਿਫਤਾਰ ਕਰਵਾ ਦਿੰਦੇ ਹੋ, ਤੁਹਾਡਾ ਟੈਕਸ ਮਾਫ ਕਰ ਦਿੱਤਾ ਜਾਊਗਾ, ਇਨਾਮ ਜਗੀਰਾਂ ਦਿੱਤੀਆਂ ਜਾਣਗੀਆਂ। ਉਸ ਲਈ 22 ਧਾਰ ਦੇ ਪਹਾੜੀ ਰਾਜੇ ਨੇ ਇੱਕ ਪਲਾਨ ਬਣਾਈ। ਮੀਟਿੰਗ ਕੀਤੀ ਦੇ ਵਿੱਚ ਫੈਸਲਾ ਇਹ ਕੀਤਾ ਕਿ ਅਨੰਦਪੁਰ ਸਾਹਿਬ ਜਾ ਕਰਕੇ ਨਾ ਤਾਂ ਲੜਾਈ ਲੜ ਕੇ ਜਿੱਤ ਸਕਦੇ ਤੇ ਨਾ ਹੀ ਗੁਰੂ ਸਾਹਿਬ ਜੀ ਅਸੀਂ ਫੜ ਸਕਦੇ।
ਲੜਾਈਆਂ ਲੜ ਕੇ ਤਾਂ ਅਸੀਂ ਦੇਖ ਚੁੱਕੇ ਹਾਂ, ਲੜਾਈਆਂ ਦੇ ਵਿੱਚ ਸਾਡੀ ਹਾਰ ਹੀ ਹੋਈ ਹੈ। ਭੰਗਾਣਾ ਪਾਂਡਾ ਸਾਹਿਬ ਇਹ ਦਸੀ ਹਾਰਿਆ ਹੋਇਆ, ਅਨੰਦਪੁਰ ਸਾਹਿਬ ਇਹ ਦਸੀ ਹਾਰਿਆ ਹੋਇਆ, ਫਿਰ ਜਾ ਕਰਕੇ ਲੜਾਈ ਲੜਾਂਗੇ ਤੇ ਸਾਡੇ ਨੁਕਸਾਨ ਹੋਵੇਗਾ। ਕਿਉਂ ਨਾ ਗੁਰੂ ਸਾਹਿਬ ਜੀ ਨੂੰ ਪਹਾੜਾਂ ਵਿੱਚ ਬੁਲਾ ਲਈਏ। ਜਿਹੜੇ ਪਹਾੜੇ ਸਾਡੇ ਆਪਣੇ ਭੇਤੀ ਜੰਗਲ ਰਸਤਾ ਸਾਨੂੰ ਪੂਰਾ ਭੇਤ ਹੈ, ਗੁਰੂ ਜੀ ਨੂੰ ਦਾ ਕੋਈ ਭੇਤ ਨਹੀਂ ਹੈ। ਜਦੋਂ ਇੱਥੇ ਪਹੁੰਚਣਗੇ ਤੇ ਸਾਡੇ ਕੋਲ ਫੌਜਾਂ ਨੇ ਔਰੰਗਜ਼ੇਬ ਦਾ ਪੂਰਾ ਸਾਰੇ ਘੇਰਾ ਪਾ ਕੇ ਫੜਾਂਗੇ, ਔਰੰਗਜ਼ੇਬ ਕੋਲ ਗ੍ਰਿਫਤਾਰ ਕਰਾਵਾਂਗੇ। ਕਿਉਂਕਿ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਣਗੇ ਤੇ 5-7 ਸਿੰਘ ਨਾਲ ਹੋਣਗੇ, ਕਿਉਂਕਿ ਮਿੱਟੀ ਦੇ ਭਾਂਡੇ ਬੁਲਾਵਾਂਗੇ। ਇਸ ਬੇਅੰਤ ਨੂੰ ਤਿਆਰ ਕਰਕੇ ਰਾਜਾ ਭੀਮਚੰਦ ਜਿਹੜਾ ਬਿਲਾਸਪੁਰ ਦਾ ਸੀਗਾ ਕਹਿਲੂਰੀਆ, ਉਸ ਰਾਜ ਨੇ ਆਪਣਾ ਪੁਰੋਹਿਤ ਪਰਮਾਨੰਦ ਪੰਮਾ ਗੁਰੂ ਸਾਹਿਬ ਜੀ ਕੋਲ ਭੇਜਣਾ ਕੀਤਾ, ਜਿਹੜਾ ਮੂੰਹ ਤਾਂ ਮਿੱਠਾ ਦਿਲ ਦਾ ਕੌੜਾ ਚਤੁਰ ਚਲਾਕ ਬਹੁਤ ਸੀਗਾ। ਉਹ ਰਾਜਾ ਭੀਮਚੰਦ ਦਾ ਵਜ਼ੀਰ ਵੀ ਸੀਗਾ। ਗੁਰੂ ਸਾਹਿਬ ਜੀ ਕੋਲ ਇਸ ਤੋਂ ਪਹਿਲਾਂ ਕਈ ਵਾਰ ਜਾ ਕਰਕੇ ਫਰਿਆਦ ਕਰ ਚੁੱਕਿਆ ਸੀਗਾ ਕਿ ਗੁਰੂ ਜੀ ਕਿਰਪਾ ਕਰੋ, ਬਾਈ ਧਾਰ ਦੇ ਪਹਾੜੀ ਰਾਜੇ ਨੂੰ ਅਨੰਦਪੁਰ ਦੀ ਧਰਤੀ ਤੇ ਬੁਲਾਓ, ਕਿਉਂਕਿ ਸਾਰੇ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਆ, ਜਿਹੜੀ ਤੁਸੀਂ ਧਰਮ ਵਿੱਚ ਸ਼ੁਰੂ ਕੀਤਾ ਦੇ ਸ਼ਾਮਿਲ ਹੋਣਾ ਚਾਹੁੰਦੇ ਆ। ਜਿੰਨੀ ਵੀਰ ਵੀ ਜਾ ਕਰਕੇ ਆਪਾਂ ਮੈਨੇ ਆਖਿਆ ਸੀਗਾ, ਗੁਰੂ ਜੀ ਨੇ ਕਿਤੇ ਕੋਈ ਵੀ ਜਵਾਬ ਨਹੀਂ ਦਿੱਤਾ। ਐਤਕੀ ਜਾ ਕਰਕੇ ਕਹਿੰਦਾ ਗੁਰੂ ਜੀ ਬਾਈ ਧਾਰ ਦੇ ਪਹਾੜੀ ਰਾਜੇ ਨੂੰ ਆਪਣੇ ਕੋਲ ਬੁਲਾਉਣ ਦੀ ਤਾਂ ਕੋਈ ਲੋੜ ਨਹੀਂ ਹੈ, ਕਿਉਂਕਿ ਬਾਈ ਧਾਰ ਦੇ ਪਹਾੜੀ ਰਾਜੇ ਪਹਾੜਾਂ ਵਿੱਚ ਇਕੱਠੇ ਹੋ ਰਹੇ। ਪਹਾੜਾਂ ਵਿੱਚ ਇੱਕ ਹਿਰਦੇਸ਼ਵਰ ਨਾਂ ਦੀ ਜਗ੍ਹਾ ਹੈ, ਜਿੱਥੇ ਇੱਕ ਸਰੋਵਰ ਹੈ, ਸਰੋਵਰ ਦੇ ਵਿੱਚ ਪੱਥਰ ਤਰਦੇ ਨੇ, ਚੱਲ ਕੇ ਉਸ ਸਰੋਵਰ ਦੇ ਦਰਸ਼ਨ ਕਰੋ। ਤੇ ਹਿਰਦੇਸ਼ਵਰ ਨਾਮਕ ਜਗ੍ਹਾ ਤੇ ਹਰ ਸਾਲ ਅਸੀਂ ਵਿਸਾਖੀ ਜਿਹੜੇ ਬੜੇ ਉੱਚੇ ਪੱਧਰ ਤੇ ਮਨਾਉਂਦੇ ਹਾਂ। ਚੱਲ ਕਰਕੇ ਸਾਡੇ ਨਾਲ ਵਿਸਾਖੀ ਦੇ ਮੇਲੇ ਵਿੱਚ ਵੀ ਸ਼ਾਮਿਲ ਹੋਵੋ। ਜਿਸ ਸਥਾਨ ਤੇ ਆਪ ਜੀ ਬੈਠੇ ਜਗ੍ਹਾ ਨਾ ਪਹਿਲੇ ਸਕੰਦ ਪੁਰਾਣ ਗ੍ਰੰਥ ਦੇ ਮੁਤਾਬਿਕ ਹਿੰਦੂ ਮਤ ਦੇ ਅਨੁਸਾਰ ਜਿਹੜਾ ਸਕੰਦ ਗ੍ਰੰਥ ਹੈਗਾ, ਸਕੰਦ ਪੁਰਾਣ ਗ੍ਰੰਥ ਦੇ ਮੁਤਾਬਿਕ ਜਗ੍ਹਾ ਦਾ ਨਾਮ ਹੈਗਾ ਹਿਰਦੇਸ਼ਵਰ ਜਾਂ ਹਿਦਲੇਸ਼ਵਰ ਵੀ ਆਉਂਦਾ ਹੈ। ਤੇ ਇਸ ਸਥਾਨ ਦਾ ਗੁਰੂ ਸਾਹਿਬ ਜਾਣ ਤੋਂ ਬਾਅਦ ਨਾ ਬਦਲ ਕੇ ਰੱਖਿਆ ਗਿਆ ਸੀਗਾ ਰਵਾਲਸਰ। ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੂੰ ਬੁਲਾਣਾ ਕੀਤਾ, ਗੁਰੂ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਨਾਲ ਦੇ ਸਿੰਘ ਖੜੇ ਸੀਗੇ, ਗੁਰੂ ਜੀ ਚਲੋ ਚੱਲ ਕਰਕੇ ਦਰਸ਼ਨ ਮੇਲੇ ਕਰਕੇ ਆਈਏ। ਕਾਫੀ ਸਮਾਂ ਸਾਨੂੰ ਅਨੰਦਪੁਰ ਦੀ ਧਰਤੀ ਬੈਠੇ ਹੋ ਗਏ, ਚੱਲ ਕਰਕੇ ਤੀਰਥ ਸਥਾਨ ਦੇ ਦਰਸ਼ਨ ਕਰਕੇ ਆਈਏ। ਗੁਰੂ ਜੀ ਕੋਈ ਜਵਾਬ ਨਹੀਂ ਦਿੰਦੇ। ਮਾਤਾ ਗੁਜਰ ਕੌਰ ਜੀ ਨੇ ਬਚਨ ਕੀਤੇ ਕਿ ਅਸੀਂ ਸੁਣਿਆ ਹੋਇਆ ਕਿ ਜਿਹੜਾ ਰਵਾਲਸਰ ਜਿਹੜੀ ਧਰਤੀ ਆ, ਰਵਾਲਸਰ ਜਿਹੜਾ ਤੀਰਥ ਸਥਾਨ ਭਾਵ ਕਿ ਹਿਰਦੇਸ਼ਵਰ ਜਿਹੜਾ ਨਾਮ ਸਥਾਨ ਹੈਗਾ, ਉਸ ਸਥਾਨ ਜਿਹੜਾ ਹੈਗਾ ਉਹ 68 ਤੀਰਥ ਸਥਾਨਾਂ ਵਿੱਚ ਇੱਕ ਤੀਰਥ ਸਥਾਨ ਹੈ। ਚੱਲ ਕਰਕੇ ਸਾਨੂੰ ਉੱਥੇ ਦਰਸ਼ਨ ਕਰਕੇ ਆਉਣੇ ਚਾਹੀਏ। ਗੁਰੂ ਜੀ ਕੋਈ ਜਵਾਬ ਨਹੀਂ ਦਿੰਦੇ। ਬਾਬਾ ਅਜੀਤ ਸਿੰਘ ਨੇ ਬੇਨਤੀ ਕੀਤੀ ਤੇ ਗੁਰੂ ਜੀ ਮਹਿਲ ਨੇ ਵੀ ਬੇਨਤੀ ਕੀਤੀ। ਸਮੁੱਚੇ ਪਰਿਵਾਰ ਨੇ ਬੇਨਤੀ ਕੀਤੀ। ਗੁਰੂ ਜੀ ਫਿਰ ਜਗ੍ਹਾ ਤੇ ਆਉਣਾ ਸਵੀਕਾਰ ਕੀਤਾ। ਆਪਣੇ ਨਾਲ 500 ਘੁੜਸਵਾਰ ਦਾ ਜੱਥਾ ਤਿਆਰ ਕੀਤਾ, ਜਿਹੜਾ ਕਿ ਅਸਤਾ ਸਤਨਾ ਸਰੋਵਰ ਵੀ ਸੀਗਾ। ਨਾਲ 4 ਸਾਹਿਬਜ਼ਾਦੇ ਮਾਤਾ ਗੁਜਰ ਕੌਰ ਗੁਰੂ ਕੇ ਮਹਿਲ 5 ਪੈਦਲ ਲੈ ਕਰਕੇ ਗੁਰੂ ਜੀ ਸਥਾਨ ਤੇ ਪਹੁੰਚੇ। ਜਦੋਂ ਇੱਥੇ ਪਹੁੰਚੇ, ਰਾਜਾ ਸਿੱਧ ਸੈਨ ਜਿਹੜਾ ਮੰਡੀ ਵਾਲਾ ਰਾਜਾ ਹੋਇਆ, ਉਸ ਰਾਜੇ ਦੀ ਜਗ੍ਹਾ ਤੇ ਬੜੇ ਅੱਛੇ ਤਰੀਕੇ ਨਾਲ ਗੁਰੂ ਜੀ ਦਾ ਸਵਾਗਤ ਕੀਤਾ। ਦੂਰ ਤੱਕ ਮੱਖਣਾ ਚਾਦਰ ਟੈਂਟ ਤੋਂ ਵੀ ਤੇ ਅੱਗੇ ਲਗਾਇਆ, ਕਿਉਂਕਿ ਰਾਜਾ ਸਿੱਧ ਸੈਨ ਜਿਹੜਾ ਸੀਗਾ ਗੁਰੂ ਘਰ ਦਾ ਸ਼ਰਧਾਲੂ ਸੀਗਾ, ਗੁਰੂ ਘਰ ਨਾਲ ਜੁੜਿਆ ਸੀਗਾ। ਜਿਸ ਸਥਾਨ ਦੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਜਿਹੜੇ ਥੜੇ ਸਾਹਿਬ ਤੇ ਥੜਾ ਸਾਹਿਬ ਸੇਵਕ ਰਹੇ ਸੀ, ਥੜੇ ਸਾਹਿਬ ਉਹਨਾਂ ਦਾ ਤਖਤ ਸਜਿਆ ਸੀਗਾ ਤੇ 22 ਧਾਰ ਦੇ ਪਹਾੜੀ ਦਾ ਸੰਬੋਧਨ ਕੀਤਾ ਗਿਆ ਸੀਗਾ। ਥੜਾ ਸਾਹਿਬ ਪਹਿਲੇ ਕੱਚਾ ਸੀਗਾ, ਬਾਅਦ ਨੂੰ ਪੱਕਾ ਕਰਕੇ ਸੈਂਟਰ ਰੱਖ ਕੇ ਫਿਰ ਬਾਅਦ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ। ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਆਏ, 22 ਧਾਰ ਦੇ ਪਹਾੜੀ ਰਾਜੇ ਪਹੁੰਚੇ। ਜਿੱਥੇ ਜਿੱਥੇ ਜਗ੍ਹਾ ਮਿਲੀ ਆਪਣੇ ਆਪਣੇ ਡੇਰੇ ਕੀਤੇ। ਪਤਾ ਲੱਗਿਆ ਗੁਰੂ ਜੀ ਫੌਜਾਂ ਲੈ ਕਰਕੇ ਆਏ, ਇਸ ਕਰਕੇ ਆਪਣੀ ਪਲਾਨ ਕੈਂਸਲ ਕੀਤੀ। ਰਾਜਾ ਸਿੱਧ ਸੈਨ ਨੂੰ ਵੀ ਪਤਾ ਸੀਗਾ 22 ਧਾਰ ਦੇ ਪਹਾੜੀ ਰਾਜੇ ਕਦਮ ਕਦਮ ਤੇ ਬਦਲਦੇ, ਇਸ ਕਰਕੇ ਲਲਕਾਰੇ ਕਿ ਮੇਰੀ ਰਿਆਸਤ ਹੈ, ਮੇਰੀ ਰਿਆਸਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਨੇ, ਮੇਰੇ ਮਹਿਮਾਨ ਹੈ, ਜੋ ਵੀ ਮੇਰੇ ਮਹਿਮਾਨ ਨਾਲ ਛੇੜਖਾਨੀ ਕਰੇਗਾ, ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਪਹੁੰਚਾਏਗਾ, ਉਹਨੂੰ ਫਿਰ ਮੈਂ ਬਖਸ਼ੂੰਗਾ ਨਹੀਂ। ਅਸੀਂ ਆਪਣੀ ਮਹਿਮਾਨੀ ਦੀ ਆਦਰ ਖਾਤਰ ਕਰਨਾ ਚੰਗੀ ਤਰ੍ਹਾਂ ਜਾਣਦੇ ਹਾਂ, ਫਿਰ ਰੱਖਿਆ ਕਰਨਾ ਵੀ ਜਾਣਦੇ ਹਾਂ। ਉਸ ਵੇਲੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਲਲਕਾਰ ਸੀਗੀ, ਕਿਉਂਕਿ ਜਾਣਦਾ ਸੀਗਾ ਜਦ ਤੱਕ ਗੁਰੂ ਸਾਹਿਬ ਜੀ ਦਾ ਹੱਥ ਮੇਰੇ ਸਿਰ ਤੇ, ਇੱਥੇ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਸ ਵੇਲੇ 22 ਧਾਰ ਦੇ ਪਹਾੜੀ ਰਾਜਿਆਂ ਨੇ ਦੇਖਿਆ ਰਿਆਸਤ ਜਿਹੜੀ ਹੈ ਰਾਜਾ ਸਿੱਧ ਸੈਨ ਦੀ ਹੈ ਤੇ ਗੁਰੂ ਗੋਬਿੰਦ ਸਿੰਘ ਨਾਲ ਇਹ ਮਿਲਿਆ ਹੋਇਆ ਸੀ, ਇੱਥੇ ਕੁਝ ਨਹੀਂ ਵਿਗਾੜ ਸਕਦੇ। ਇਸ ਕਰਕੇ ਤਿਲਫੁਲ ਭੇਟਾ ਲੈ ਕਰਕੇ ਦਸਵੀਂ ਭੇਟਾ ਲੈ ਕਰਕੇ ਤੇ ਆਪਣੀ ਪਲਾਨ ਕੈਂਸਲ ਕੀਤੀ। ਨਮਸਕਾਰ ਕੀਤੀ, ਬੇਨਤੀ ਕੀਤੀ, ਗੁਰੂ ਜੀ ਕਿਰਪਾ ਕਰੋ, ਸਾਡੇ ਤੇ ਜਿਹੜੀਆਂ ਭੁੱਲਾਂ ਹੋਈਆਂ ਉਹਦੇ ਵਾਸਤੇ ਅਸੀਂ ਮਾਫੀਆਂ ਮੰਗਦੇ ਹਾਂ ਕਿ ਅਸੀਂ ਕੋਈ ਗਲਤੀ ਨਹੀਂ ਕਰਾਂਗੇ ਜਿਹਦੇ ਕਰਕੇ ਆਪ ਜੀ ਦਾ ਕੋਈ ਨੁਕਸਾਨ ਹੋਵੇ। ਨਾਲ ਹੀ ਜਿਹੜਾ ਧਰਮ ਦਾਵ ਜੀ ਸ਼ੁਰੂ ਕੀਤਾ, ਇਸ ਧਰਮ ਦੇ ਵਿੱਚ ਅਸੀਂ ਸਾਰੇ ਰਾਜੇ ਸ਼ਾਮਿਲ ਹੋਣ ਵਾਸਤੇ ਤਿਆਰ ਹਾਂ। ਇਸ ਕਰਕੇ ਔਰੰਗਜ਼ੇਬ ਜਿਹੜਾ ਸਾਡੇ ਤੇ ਜ਼ੁਲਮ ਬੜਾ ਭਾਰੀ ਮਾਤਰਾ 'ਚ ਕਰਦਾ, ਸਾਡੇ ਤੇ ਬੜੇ ਭਾਰੀ ਮਾਤਰਾ 'ਚ ਟੈਕਸ ਲਾਏ ਹੋਏ ਨੇ, ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹੋਏ ਹਾਂ, ਸਾਡੇ ਤੇ ਕਿਰਪਾ ਕਰੋ, ਇਹਦੇ ਜ਼ੁਲਮ ਤੋਂ ਸਾਨੂੰ ਛੁਟਕਾਰਾ ਦਿਲਾਓ। ਕਾਫੀ ਵਿਚਾਰ ਵਿਮਰਸ਼ਾਂ ਜੇਕਰ ਇਸ ਵੇਲੇ ਹੋਈਆਂ ਨੇ। ਗੁਰੂ ਸਾਹਿਬ ਨੇ ਫਿਰ ਵਚਨ ਕਰਨਾ ਕੀਤਾ, ਤੁਸੀਂ 22 ਧਾਰ ਦੇ ਪਹਾੜੀ ਰਾਜੇ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡ ਕਰਕੇ ਰਾਜ ਕਰ ਰਹੇ ਹੋ, टैक्स दे करके ते गुलाम हो करके बहु बेटियां दे डोले दे करके इस राज में करी जा रहे, राज करना स्वतंत्र रूप नाल करो, किसी तो डर की लोड़ नहीं है, साडा साथ असीं मिल करके इस जिहड़ा जुल्म नूं समाप्त करिए। आओ खंडे बाटे दा मैं चुको सिंह सजो असीं मिल करके जुल्म समाप्त करिए, तुसीं अपना अपना रास्ते तरीके नाल स्वतंत्र रूप नाल करो। उस वेले अपने आप दे विच बहुत वड्डी उस वेले गुरु साहिब जी दे बचन करने कीते। उस वेले कुछ एक राजे जिहड़े गुरु घर दे श्रद्धालु सीगे, गुरु घर नाल जुड़े सीगे, वो तो तैयार सीगे, लेकिन बिलासपुर का राजा कहंदा सी अमृत दी दात छकण वास्ते तैयार है गुरु जी, साडी एक शर्त है, इस जगह ते जिन्ने भी लोग इकट्ठे ने छोटियां ते नीवियां जाति लोग ने साडे घरां दे उच्चे राजपूत राणे साडे घरां ने,
ਇਸ ਕਰਕੇ ਸਾਡੇ ਅਸੂਲਾਂ ਤੋਂ ਖਿਲਾਫ ਇਹਨਾਂ ਲੋਕਾਂ ਨੇ ਅਸੀਂ ਆਪਣੀ ਬਰਾਬਰੀ ਬਿਠਾਈਏ ਤੇ ਆਪਣੀ ਬਰਾਬਰੀ ਲੜਾਈਏ ਤੇ ਇੱਕ ਹੀ ਪੰਗਤ ਵਿੱਚ ਬਹਿ ਕੇ ਭਾਂਡੇ ਵਿੱਚ ਖਾ ਪੀਸ ਕੇ ਕਦੇ ਨਹੀਂ ਹੋ ਸਕਦਾ। ਤੁਸੀਂ ਕੋਈ ਭੇਦਭਾਵ ਨਹੀਂ ਰੱਖਦੇ ਤੇ ਇੱਕੇ ਬਾਟੇ 'ਚ ਅੰਮ੍ਰਿਤ ਦਾ ਤਿਆਰ ਕਰਕੇ ਤੇ ਇੱਕੇ ਬਾਟੇ 'ਚ ਛਕਾਉਂਦੇ। ਸਾਡੇ ਵਾਸਤੇ ਲਹਿਦਾ ਬਾਟਾ ਅੰਮ੍ਰਿਤ ਦਾ ਤਿਆਰ ਕਰੋ, ਅਸੀਂ ਅੰਮ੍ਰਿਤ ਦੀ ਦਾਲ ਜਿਹੜੀ ਛਕਣ ਵਾਸਤੇ ਤਿਆਰ ਹਾਂ। ਗੁਰੂ ਜੀ ਕਹਿੰਦੇ ਫਿਰ ਇਹ ਕਦੇ ਨਹੀਂ ਹੋ ਸਕਦਾ ਭਈ ਨਾਨਕ ਅੰਮ੍ਰਿਤ ਏਕ ਦੂਜਾ ਅੰਮ੍ਰਿਤ ਦਾ ਇੱਕੇ ਬਾਟੇ 'ਚ ਅੰਮ੍ਰਿਤ ਦੀ ਦਾਲ ਤਿਆਰ ਕਰਕੇ ਅਸੀਂ ਇੱਕੇ ਬਾਟੇ ਵਿੱਚ ਛਕਾਣੀ ਹੈ। ਜਿਸ ਬਾਟੇ ਵਿੱਚ ਬਾਕੀ ਸੰਗਤਾਂ ਅੰਮ੍ਰਿਤ ਦੀ ਦਾਲ ਛਕਣਗੀਆਂ ਉਸੇ ਬਾਟੇ ਤੁਹਾਨੂੰ ਵੀ ਛਕਣੀ ਪਏਗੀ। ਤੁਹਾਡੀ ਮਰਜ਼ੀ ਤੁਸੀਂ ਛਕਣਾ ਕਿ ਨਹੀਂ ਛਕਣਾ। ਤੁਹਾਡੇ ਵਾਸਤੇ ਅਸੀਂ ਅੰਮ੍ਰਿਤ ਦੇ ਬਾਟੇ ਵਿੱਚ ਵਿਖਿਆ ਨਹੀਂ ਪਾ ਸਕਦੇ। ਊਚ ਨੀਚ ਨੂੰ ਖਤਮ ਕਰਨ ਵਾਸਤੇ ਜਾਤ ਪਾਤ ਦਾ ਭੇਦ ਮਿਟਾਉਣ ਵਾਸਤੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਹੈ। ਇਸ ਕਰਕੇ ਤੁਹਾਨੂੰ ਵੀ ਸੇ ਬਾਟੇ ਅੰਮ੍ਰਿਤ ਦਾਲ ਜਿਹੜੀ ਛਕਾਈ ਜਾਏਗੀ, ਤੁਹਾਨੂੰ ਛਕਣੀ ਪਵੇਗੀ। ਬਾਈ ਧਾਰ ਦੇ ਪਹਾੜੀ ਰਾਜੇ ਦੇਖਿਆ ਤੇ ਸਾਡੇ ਕੋਲ ਜ਼ੋਰ ਪੇਸ਼ ਨਹੀਂ ਚੱਲਦੀ, ਵਾਪਸ ਆਪਣੀ ਰਿਆਸਤਾਂ ਨੂੰ ਚਲੇ ਗਏ। ਰਾਜਿਆਂ ਨਾਲ ਰਾਣੀਆਂ ਆਈਆਂ ਸੀਗੀਆਂ, ਆਪਣੇ ਰਾਜੇ ਦੀ ਪਰਮਿਸ਼ਨ ਲੈ ਕੇ ਗੁਰਸਾਹਿਬ ਦਰਸ਼ਨਾਂ ਵਾਸਤੇ ਪਹੁੰਚੇ, ਨਿਹਾਲ ਹੋਈਆਂ, ਵਾਪਸ ਆਪਣੀ ਰਿਆਸਤਾਂ ਨੂੰ ਮੁੜੀਆਂ। ਗੁਰਸਾਹਿਬ ਨੇ ਫਿਰ 1701 ਦੀ ਵਿਸਾਖੀ ਨੂੰ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਜਿੰਨੇ ਕਿਛੁਕ ਸੀ ਖੰਡੇ ਬਾਟੇ ਪਹੁੰਚ ਗਿਆ ਕਿ ਸਿੰਘ ਸਜਾਇਆ। 1 ਮਹੀਨਾ 2 ਦਿਨ 32 ਦਿਨ ਦੀ ਜਗ੍ਹਾ ਤੇ ਗੁਰੂ ਸਾਹਿਬ ਜੀ ਰੁਕੇ ਹੋਏ ਆ। ਇਹਦੇ ਵਿਚਕਾਰ ਗੁਰੂ ਸਾਹਿਬ ਜੀ ਜਿਹੜੀ ਸਾਡੇ ਬਾਹਰ ਪਹਾੜੀ ਦਿਖ ਰਹੀ ਹੈ, ਇਸ ਪਹਾੜੀ ਤੇ ਸੈਰ ਕਰਦੇ ਹੋਏ ਕਹਿੰਦੇ ਇਸ ਪਹਾੜੀ ਦਾ ਨਾਂ ਗ੍ਰੰਥਾਂ ਦੇ ਵਿੱਚ ਮਾਲ ਦੀ ਪਰਬਤ ਜਾਂ ਮਾਲਵੀਆ ਪਰਬਤ ਹੈ। ਸੈਰ ਕਰਦੇ ਕਰਦੇ ਉੱਪਰ ਪਹੁੰਚ ਆਪਣੇ ਨਾਲ 5 ਸਿੰਘ ਲੈ ਕਰਕੇ ਇਸ ਗੁਫਾ ਦੇ ਉੱਪਰ ਇਸ ਪਹਾੜੀ ਦੇ ਉੱਪਰ ਇੱਕ ਗੁਫਾ ਹੈ। ਗੁਫਾ ਤੇ ਜਦੋਂ ਉੱਤੇ ਪਹੁੰਚੇ, ਗੁਫਾ ਜਿਹੜੀ ਪਾਂਡਵਾਂ ਦੇ ਟਾਈਮ ਦੀ ਅੱਜ ਵੀ ਮੌਜੂਦ ਹੈ। ਬਾਹਰ ਖੜੇ ਕੇ ਦੇਖੋ ਝੜੀਆਂ ਨਜ਼ਰ ਆਉਣਗੀਆਂ। ਗੁਰੂ ਜੀ ਇਸ ਗੁਫਾ ਤੇ ਪਹੁੰਚੇ ਅੰਦਰ ਇੱਕ ਸਥਿਤ ਪੁਰਸ਼ ਉੱਠ ਕੇ ਸੂਖਸ਼ਮ ਸਰੀਰ ਦੇ ਵਿੱਚ ਆ ਕਰਕੇ ਗੁਰੂ ਜੀ ਨੂੰ ਮਿਲੇ ਤੇ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਕੀ ਜਾਣ ਕਰਕੇ ਮੈਨੂੰ ਨਮਸਕਾਰ ਕੀਤਾ। ਕਹਿੰਦਾ ਗੁਰੂ ਜੀ ਤੁਸੀਂ ਮੇਰੇ ਬਾਰੇ ਸਾਰਾ ਕੁਝ ਜਾਣਦੇ ਹੋ, ਦੱਸਣ ਦੀ ਕੋਈ ਲੋੜ ਨਹੀਂ ਹੈ। ਫਿਰ ਜੇ ਤੁਸੀਂ ਪੁੱਛੀ ਤਾਂ ਸੁਣੋ, ਮੇਰਾ ਨਾਮ ਰਵਾਲ ਹੈ। ਰਵਾਲ ਇੱਕ ਨਾਗ ਦੀ ਕੁਲ ਤੋਂ ਸੰਬੰਧ ਰੱਖਦਾ ਸੀਗਾ। ਨਾਗਰਿਕ ਜਾਤੀ ਹੈ ਗੰਧੀਲਾ, ਗੰਧੀਲੇ ਜਾਤੀ ਨਾਲ ਦਾ ਸੰਬੰਧ ਸੀਗਾ, ਇਸ ਕਰਕੇ ਉਹਨੂੰ ਇੱਛਾਧਾਰੀ ਨਾਗ ਵੀ ਕਈ ਕਹਿੰਦੇ ਹੁੰਦੇ ਆ। ਮੇਰਾ ਨਾਮ ਗੁਰੂ ਜੀ ਰਵਾਲ ਹੈ ਤੇ ਮੈਂ ਮਾਤਾ ਰੇਵਾ ਦਾ ਪੁੱਤਰ ਹਾਂ। ਮੇਰੀ ਮਾਤਾ ਰੇਵਾ ਨੇ ਆਖਿਆ ਸੀਗਾ ਪੁੱਤਰ ਜੀ ਤਪੱਸਿਆ ਭਗਤੀ ਕਰੋ ਤੇ ਤਪੱਸਿਆ ਭਗਤੀ ਕਰ ਦੋ, ਰਾਜ ਭਾਗ ਦੇ ਸੁੱਖ ਮਿਲਦੇ ਨੇ। ਮਾਤਾ ਰੇਵਾ ਦੇ ਕਹਿਣ ਦੇ ਅਨੁਸਾਰ ਫਿਰ ਮੈਂ ਇਹਨਾਂ ਪਹਾੜੀਆਂ ਤੋਂ ਥੱਲੇ ਉਤਰ ਕੇ ਸਰੋਵਰ ਦੇ ਕੰਢੇ ਬੈਠ ਕਰਕੇ 3 ਯੁੱਗ ਬ੍ਰਹਮਾ ਜੀ ਦੀ ਤਪੱਸਿਆ ਕੀਤੀ ਹੋਈ ਹੈ। ਬ੍ਰਹਮਾ ਜੀ ਨੇ ਆ ਕਰਕੇ ਮੈਨੂੰ ਦਰਸ਼ਨ ਦਿੱਤੇ ਤੇ ਬਚਨ ਕੀਤੇ, ਤੇਰਾ ਤਪ ਸਫਲ ਹੋਇਆ, ਜੋ ਵੀ ਤੇਰੀ ਇੱਛਾ ਤੂੰ ਮੰਗ ਲੈ। ਉਸ ਵੇਲੇ ਵੀ ਮੈਂ ਬ੍ਰਹਮਾ ਜੀ ਤੋਂ ਰਾਜ ਭਾਗ ਦੀ ਇੱਛਾ ਜ਼ਾਹਿਰ ਕੀਤੀ ਸੀ ਕਿ ਬ੍ਰਹਮਾ ਜੀ ਨੇ ਵਿਸ਼ਵਕਰਮਾ ਕਹਿ ਕੇ ਮੰਡੀ ਵਸਾਈ। ਮੰਡੀ ਦਾ ਰਾਜ ਭਾਗ ਮੈਨੂੰ ਦਿੱਤਾ। ਕਾਫੀ ਸਮਾਂ ਮੈਂ ਉਸ ਜਗ੍ਹਾ ਤੇ ਆਪਣਾ ਰਾਜ ਭਾਗ ਸੰਭਾਲਿਆ। ਰਾਜ ਭਾਗ ਜਿਹੜਾ ਭੋਗਿਆ ਅੱਲਾ, ਕਿਉਂਕਿ 3 ਯੁੱਗ ਦਾ ਰਾਜ ਭਾਗ ਮੰਡੀ ਤੇ ਹੈ, ਉਹਨੇ ਕੀਤਾ ਹੋਇਆ। ਕਾਫੀ ਯੁੱਗ ਮੰਡੀ ਤੇ ਰਾਜ ਕੀਤਾ। ਰਾਜ ਕਰਦੇ ਕਰਦੇ ਮੇਰੇ ਵਿਰੋਧੀ ਖੜੇ ਗਏ। ਵਿਰੋਧੀ ਸੀਗੇ ਜੱਖ। ਜੱਖ ਇੱਕ ਰਾਖਸ਼ ਪ੍ਰਜਾਤੀ ਦੇ ਲੋਕ ਹੋਏ ਨੇ। ਜੱਖ ਕਿੰਨਰ ਪਿਸ਼ਾਚ ਰਾਖਸ਼ਾਂ ਦੀ ਪ੍ਰਜਾਤੀਆਂ ਹੋਈਆਂ। ਇਹਨਾਂ ਲੋਕਾਂ ਨੇ ਆ ਕੇ ਮੇਰੇ ਤੇ ਹਮਲੇ ਕੀਤੇ ਤੇ ਕਾਫੀ ਲੰਮਾ ਜੰਗ ਜੁੱਧਿਆ, ਜਿਹਦੇ ਵਿੱਚ ਮੇਰੀ ਫੌਜ ਮਾਰੀ ਗਈ ਤੇ ਉਸ ਵੇਲੇ ਫਿਰ ਮੈਂ ਵੀ ਮਾਰਿਆ ਗਿਆ। ਅੱਜ ਚਾਹੇ ਮੰਡੀ ਤੇ ਕੋਈ ਵੀ ਰਾਜਾ ਬੈਠਾ, ਲੇਕਿਨ ਸੂਖਸ਼ਮ ਸਰੀਰ ਦੇ ਵਿੱਚ ਅੱਜ ਵੀ ਮੈਂ ਇਸ ਧਰਤੀ ਦਾ ਰਾਜਾ। ਅੱਜ ਵੀ ਤੇ ਮੈਂ ਤਪੱਸਿਆ ਭਗਤੀ ਕਰਦਾ, ਲੇਕਿਨ ਗੁਰੂ ਜੀ ਜੱਗ ਜਿਹੜੇ ਨੇ ਅੱਜ ਵੀ ਚਾਹ ਨਾਲ ਤਪੱਸਿਆ ਭਗਤੀ ਨਹੀਂ ਕਰਨ ਦਿੰਦੇ। ਵਿਘਨ ਬੜੇ ਪਾਉਂਦੇ, ਗੰਦੀਆਂ ਬੰਦੀਆਂ ਵਸਤੂਆਂ ਬੜੀਆਂ ਸੁੱਟਦੇ। ਸਾਡੇ ਵਾਸਤੇ ਲਹਿਦਾ ਬਾਟਾ ਅੰਮ੍ਰਿਤ ਸਾਡੇ ਗੁਰੂ ਜੀ ਕਿਰਪਾ ਕਰੋ, ਸਾਨੂੰ ਇਹਨਾਂ ਜੱਖਾਂ ਤੋਂ ਛੁਟਕਾਰਾ ਦਿਲਾਵੋ ਤੇ ਤਾਂ ਜੋ ਅਸੀਂ ਆਪਣੀ ਭਗਤੀ ਜਿਹੜੀ ਹੈ ਸਹੀ ਤਰੀਕੇ ਨਾਲ ਕਰ ਸਕੀਏ। ਉਸ ਵੇਲੇ ਗੁਰੂ ਸਾਹਿਬ ਜੀ 5 ਸਿੰਘ ਜਿਹੜੇ ਸੀਗੇ ਜੱਖਾਂ ਦੇ ਸਰਦਾਰ ਸ਼ਰਧਾਰ ਕੋਲ ਭੇਜਣਾ ਕੀਤੇ। ਜਦੋਂ ਉੱਥੇ ਪਹੁੰਚੇ ਉਹ ਕਹਿੰਦਾ ਮੈਂ ਕਿਸੇ ਗੁਰੂ ਨੂੰ ਨਹੀਂ ਜਾਣਦਾ, ਤੁਹਾਡਾ ਕਿਹੜਾ ਗੁਰੂ, ਮੈਂ ਕਿਸੇ ਗੁਰੂ ਨਾਲ ਨਹੀਂ ਮਿਲਣਾ। ਜਿਹਨੂੰ ਲੋੜੇ ਚੱਲ ਕਰਕੇ ਮੇਰੇ ਕੋਲ ਆਪ ਆਏ, ਮੈਂ ਹੰਕਾਰਿਆ ਸੀਗਾ, ਨਹੀਂ ਆਇਆ। ਸਿੰਘ ਵਾਪਸ ਆਏ, ਗੁਰੂ ਜੀ ਨੂੰ ਦੱਸਣਾ ਕੀਤਾ। ਗੁਰੂ ਜੀ ਆਪਣੇ ਵੀਰਾਂ ਦੇ ਵਿੱਚ ਆਏ, ਧਨੁਸ਼ ਮੋਢੇ ਤੇ ਲਾ ਕੇ ਉਹਦੇ ਤੇ ਤੰਦੀ ਚੜਾਈ ਗਈ। ਤੰਦੀ ਚੜਾ ਕਰਕੇ ਖਾਲੀ ਨੂੰ ਖਿੱਚ ਕੇ ਛੱਡਿਆ ਗਿਆ। ਡੋਰੀ ਨੂੰ ਜਿਹੜੇ ਸੀਗਾ ਬੰਦ ਕੇ ਇਹਨੂੰ ਖਾਲੀ ਖਿੱਚ ਕੇ ਛੱਡਿਆ ਗਿਆ। ਕਹਿੰਦੇ ਇਹੋ ਜਿਹੀ ਭਿਆਨਕ ਆਵਾਜ਼ ਉੱਠੀ, ਲੱਗਦਾ ਸੀਗਾ ਜਿਵੇਂ ਸਾਰੀ ਕੀ ਸਾਰੀ ਸ੍ਰਿਸ਼ਟੀ ਖਤਮ ਹੋ ਜਾਏਗੀ, ਸਾਰੀਆਂ ਪਹਾੜੀਆਂ ਕੰਬ ਉੱਠੀਆਂ, ਗਰਜ ਉੱਠੀਆਂ। ਜਦੇ ਕੌਤਕ ਵਰਤਿਆ ਫਿਰ ਜੱਖਾਂ ਦਾ ਸਰਦਾਰ ਸ਼ਰਧਾਰ ਸੋਚੋ ਕਿ ਮਹਾ ਅਵਤਾਰ ਮਾਂ ਸ਼ਕਤੀ ਧਰਤੀ ਤੇ ਆਈ ਹੋਈ ਹੈ। ਆਕਰ ਕੇ ਗੁਰੂ ਸਾਹਿਬ ਚੰਨਾ ਢਾਹ ਕਰਕੇ ਭੁੱਲਾਂ ਬਖਸ਼ਾਈਆਂ, ਮਾਫੀਆਂ ਮੰਗੀਆਂ। ਸ਼ਰਧਾਰ ਵੀ ਸੂਖਸ਼ਮ ਸਰੀਰ ਦੇ ਵਿੱਚ ਆ ਕਰਕੇ ਗੁਰੂ ਸਾਹਿਬ ਨੂੰ ਮਿਲਿਆ ਸੀਗਾ। ਭਾਵੇਂ ਸਾਡੇ ਵਰਗੇ ਸਾਬਾਤੀ ਸਰੀਰ ਨਹੀਂ ਸੀ ਉਹਨਾਂ ਦੇ। ਤੇ ਉਸ ਵੇਲੇ ਮਾਫੀ ਮੰਗੀ, ਬੇਨਤੀ ਕੀਤੀ, ਗੁਰੂ ਜੀ ਕਿਰਪਾ ਕਰੋ, ਇਸ ਸ੍ਰਿਸ਼ਟੀ ਨੂੰ ਸਮਾਪਤ ਕਰਨ ਦਾ ਸਮਾਂ ਨਹੀਂ ਆਇਆ ਹੋਇਆ। ਭਾਵ ਕਿ ਰਵਾਲ ਦਾ ਕਿ ਲੱਗਣ ਕਿ ਤੁਸੀਂ ਮੇਰਾ ਨਾਸ਼ ਨਾ ਕਰੋ, ਕਿਉਂਕਿ ਸਾਡਾ ਤੇ ਰਵਾਲ ਦਾ, ਸਾਡਾ ਜੱਖਾਂ ਦਾ ਨਾ ਗੰਧੀਲਿਆਂ ਦਾ ਆਪਸ ਵਿੱਚ ਜੰਗ ਜੁੱਧ ਹੁੰਦਾ ਰਹਿੰਦਾ ਹੈ। ਕਦੇ ਇਹ ਲੋਕੀ ਜਿੱਤਦੇ ਤੇ ਕਦੇ ਅਸੀਂ ਜਿੱਤਦੇ ਤੇ ਸਾਡਾ ਨਿੱਤ ਦਾ ਝਗੜਾ ਹੈ। ਇਸ ਕਰਕੇ ਗੁਰੂ ਜੀ ਦੇ ਆਖੇ ਲੱਗ ਕਰਕੇ ਮੇਰਾ ਨਾਸ਼ ਨਾ ਕਰੋ, ਮੈਂ ਵੀ ਤੁਹਾਡੀ ਸ਼ਰਨ ਦੇ ਵਿੱਚ ਆਇਆ ਹੋਇਆ। ਗੁਰੂ ਜੀ ਦੇ ਆਦੇ ਘਰ ਦੇ ਵਿੱਚ ਆਏ, ਦੋਹਾਂ ਦਾ ਆਪਸ ਦੇ ਵਿੱਚ ਫਿਰ ਸਮਝੌਤਾ ਕਰਵਾਇਆ। वचन करने के किसी भी प्रकार का किसी भी प्रकार का कोई बैर विरोध, किसी प्रकार का कोई लड़ाई झगड़ा नहीं रखना। तपस्या भगती करनी तो एक दूजे की तपस्या भगती में कोई विरोध नहीं पाने। जे विरोध करोगे तपस्या भगती को विघन पाओगे तो ये फिर तुहाडा ही नुकसान होएगा। शरधधार कहना ठीक है गुरु जी, मैं कोई यह जो गलत काम नहीं करांगा, मेरे को फिर 10,000 जखा की डरावनी फौज है, तुसीं अपनी सेना में भर्ती करो तो असीं तुरका का नाश कर देवांगे। गुरु जी कहते तुरका का नाश करने वास्ते साडे कोल साडे सिंह काफ़ी है।
ਅਸੀਂ ਜੇ ਇੱਕ ਤੀਰ ਵੀ ਛੱਡ ਦਈਏ ਤੇ ਇਸ ਪੂਰੀ ਦੀ ਪੂਰੀ ਮੁਗਲ ਸਲਤਨਤ ਮਲੀਆ ਮਲੇਟ ਕਰ ਦਈਏ, ਤਬਾਹ ਕਰ ਦਈਏ, ਸਮਾਪਤ ਕਰ ਦਈਏ। ਪਰ ਆਹ ਜਿਹੜੀ ਹੈ ਸਾਡੀ ਦੇਹ ਹੈ, ਇਸ ਕਲਯੁਗ ਦੇ ਵਿੱਚ ਮਨੁੱਖ ਦੀ ਦੇਹ ਦੇ ਵਿੱਚ ਪ੍ਰਗਟ ਹੋਈ ਹੈ। ਜੋ ਵੀ ਪ੍ਰਕਿਰਤੀ ਦਾ ਨਿਯਮ ਇਸ ਹਿਸਾਬ ਨਾਲ ਸਾਡੀ ਦੇਹ ਅੱਗੇ ਚੱਲ ਕਰਕੇ ਵਰਤੇਗੀ। ਕੋਈ ਕਰਾਮਾਤ ਅਸੀਂ ਨਹੀਂ ਦਿਖਾਣੀ। ਅੱਜ ਕਰਾਮਾਤ ਦਿਖਾਤੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਸਿੰਘ ਜਿਹੜਾ ਨਿਖੱਤ ਹੋ ਜਾਊਗਾ, ਡਲ ਹੋ ਜਾਊਗਾ, ਸਮਾਪਤ ਹੋ ਜਾਊਗਾ, ਉਹਦਾ ਕੋਈ ਵਜੂਦ ਨਹੀਂ ਰਹੇਗਾ। ਸਮਾਂ ਆਏਗਾ ਤੇਰੀ ਸੇਵਾ ਲਵਾਂਗੇ। ਰਵਾਲ ਕਹਿੰਦਾ ਫਿਰ ਮੇਰੇ ਕੋਲ ਗੁਰੂ ਜੀ 96 ਕਰੋੜੀ ਸੱਪਾਂ ਦੀ ਫੌਜ ਆਪਣੀ ਸੈਨਾ ਵਿੱਚ ਭਰਤੀ ਕਰੋ ਤੇ ਜਿੱਥੇ ਰੱਖੋਗੇ ਰਹਿਣਗੇ, ਲੜਾਓਗੇ ਲੜਨਗੀਆਂ, ਤੁਹਾਡੀ ਅੱਗ ਦੇ ਵਿੱਚ ਰਹਿਣਗੀਆਂ। ਗੁਰੂ ਜੀ ਕਹਿੰਦੇ ਸੇਵਾ ਤੇਰੀ ਵੀ ਪਰਵਾਹ ਨਾ, ਰਵਾਲੇ ਸੇਵਾ ਸੀ ਘੋਰ ਕਲਯੁਗ ਦੇ ਵਿੱਚ ਆ ਕੇ ਲਵਾਂਗੇ। ਹਾਲ ਤੱਕ ਦਾ ਸਮਾਂ ਨਹੀਂ ਹੋਇਆ। ਜਦੋਂ ਸਮਾਂ ਆਏਗਾ ਤੇਰੀ ਸੇਵਾ ਲਵਾਂਗੇ। ਤਾਂ ਤੱਕ ਤੁਸੀਂ ਜਗਤ ਤੇ ਗੁਪਤ ਰਹਿਣਾ ਤੇ ਸ਼ਾਂਤ ਰਹਿਣਾ। ਉਹ ਸ਼ਾਂਤ ਰਹਿਣਾ। ਬਜ਼ੁਰਗ ਦੱਸਦੇ ਕਹਿੰਦੇ ਜਗਤ ਦੇ ਸੱਪ ਤਾਂ ਬੜੇ ਨਿਕਲੇ, ਪਰ ਅੱਜ ਤੱਕ ਅਸੀਂ ਕੋਈ ਘਟਨਾ ਨਹੀਂ ਸੁਣੀ ਜਿਹੜੀ ਸੱਪਾਂ ਦੇ ਕੱਟਣ ਕਰਕੇ ਰਵਾਲਸਰ ਦੇ ਵਿੱਚ ਕਿਸੇ ਦੀ ਕੋਈ ਮੌਤ ਹੋਈ ਹੋ। ਇਹ ਚਾਹਦੇ ਲੋਕ ਜਿਹੜੇ ਸੱਪਾਂ ਨੂੰ ਮਾਰਦੇ ਵੀ ਨਹੀਂ ਹੈ, ਕਿਸੇ ਤਰੀਕੇ ਨਾਲ ਫੜ ਲੈਂਦੇ ਆ, ਫੜ ਕੇ ਸਰੋਵਰ ਜਿਹੜੀ ਸਾਹਮਣੇ ਝੀਲ ਹੈਗੀ ਇਹਦੇ ਕੰਢੇ ਜਾ ਕੇ ਛੱਡ ਦਿੰਦੇ, ਕਿਉਂਕਿ ਸੱਪਾਂ ਦਾ ਗੜ ਮੰਨਦੇ। ਕਾਫੀ ਸੰਗਤਾਂ ਜਿਹੜੀਆਂ 30-40 ਸਾਲ ਪਹਿਲੇ ਦਰਸ਼ਨ ਕਰਕੇ ਗਈਆਂ ਨੇ, ਦਸਤੀਆਂ ਜਿੰਨੇ ਦੇ ਵਿੱਚ ਅਸੀਂ ਅੱਜ ਮਛਲੀਆਂ ਦੇਖ ਰਹੇ ਹਾਂ, ਸੁਬਲਿਸੀ ਦੇ ਵਿੱਚ ਅਸੀਂ ਸੱਪ ਵੀ ਦੇਖੇ ਹੋਏ ਨੇ। ਤੇ ਜਿੱਥੇ ਵੀ ਜਗ੍ਹਾ ਸੁਰੱਖਿਅਤ ਮਿਲਦੀ ਹੈ ਉੱਥੇ ਜਾ ਕੇ ਸੱਪਾਂ ਨੂੰ ਛਡਾਉਂਦੇ ਹੁੰਦੇ ਆ। ਤੇ ਜਗ੍ਹਾ ਤੇ ਗੁਰੂ ਜੀ ਨੇ ਦੋਵਾਂ ਦਾ ਸਮਝੌਤਾ ਕਰਵਾ ਕਰਕੇ ਰਵਾਲਿਸ਼ ਨੂੰ ਗੁਫਾ ਤੇ ਜਗ੍ਹਾ ਤੇ ਥੱਲੇ ਲਿਆਣਾ ਕੀਤਾ। ਇਸ ਸਥਾਨ ਤੇ ਫਿਰ ਰਵਾਲ ਦੇ ਨਾਂ ਦੀ ਜਗ੍ਹਾ ਦਾ ਨਾਂ ਰੱਖਿਆ ਗਿਆ ਹਿਰਦੇਸ਼ਵਰ ਤੋਂ ਬਦਲ ਕੇ ਰਵਾਲ ਸਰ। ਰਵਾਲ ਸਪਰਿਸ਼ ਨਾਂ ਦਾ ਨਾਂ ਦੀ ਭਗਤੀ ਕਰਨ ਕਰਕੇ ਤੇ ਨਾਂ ਤੇ ਸਹਿਰ ਵਸਾਇਆ। ਸਦਾ ਵਾਸਤੇ ਦੇ ਰਾਜਨਾਮੇ ਕੀਤਾ। ਸਰਪਾ ਸਰੋਵਰ ਜਿਹੜਾ ਪਿੱਛਾ ਜੀ ਦੇਖ ਰਹੇ, ਜੋ ਕਿ ਅੱਜਕੱਲ ਗਵਰਨਮੈਂਟ ਅੰਡਰ ਦੇਖ ਰਹੀ, ਸਾਰੀ ਗਵਰਨਮੈਂਟ ਕਰਦੀ ਹੈ। ਵਚਨ ਕੀਤੇ ਰਵਾਲ 12 ਕੌਣ ਤੱਕ ਧਰਤੀ ਤੇਰੀ ਸੁਰੱਖਿਅਤ ਰਹੇਗੀ, ਭਾਵ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਸ ਧਰਤੀ ਦੇ ਜਪ ਤਪ ਸਰਮ ਧਰਮ ਕਰਮ ਅਨਾਦੀਆਂ ਚੀਜ਼ਾਂ ਮੁੱਕ ਜਾਣਗੀਆਂ, ਸਮਾਪਤ ਹੋ ਜਾਣਗੀਆਂ, ਉਸ ਵੇਲੇ ਤੇਰੀ ਇਸ ਧਰਤੀ ਤੇ 12 ਕੌਣ ਤੱਕ ਧਰਮ ਦਾ ਦੀਆ ਜਲੇਗਾ। ਜੋ ਤੇਰੀ ਧਰਤੀ ਤੇ ਆ ਕੇ ਉਹਨਾਂ ਤੱਤੀ ਬਾਂਝ ਲਗੇ ਤੇ ਇਸ ਜਗ੍ਹਾ ਤੇ ਉਹਨਾਂ ਦੀ ਇੱਥੇ ਰੱਖਿਆ ਕੀਤੀ ਜਾਵੇਗੀ। ਰਵਾਲ ਨੂੰ ਤਾਰ ਕੇ ਉਹਨੂੰ ਵਰ ਬਖਸ਼ ਕੇ ਗੁਰੂ ਜੀ ਨੇ ਫਿਰ 1 ਮਹੀਨਾ 2 ਦਿਨ ਸੇ ਰੁਕਣਾ ਕੀਤਾ। ਵਾਪਸ ਅਨੰਦਪੁਰ ਸਾਹਿਬ ਜਾਣ ਦੀਆਂ ਤਿਆਰੀਆਂ ਕੀਤੀਆਂ। ਰਾਜਾ ਸਿੱਧ ਸੈਨ ਦੀ ਬੇਨਤੀ ਕਰਕੇ ਗੁਰੂ ਜੀ ਬੜੀ ਕਿਰਪਾ ਕੀਤੀ, ਇਸ ਧਰਤੀ ਨੂੰ ਭਾਗ ਲੈਣ ਚੱਲ ਕਰਕੇ ਮੇਰੀ ਮੰਡੀ ਤੇ ਕਿਰਪਾ ਕਰੋ। ਗੁਰੂ ਜੀ ਆਪਣੇ ਮੰਡੀ ਸਾਹਿਬ ਜਾਣ ਕੇ ਤਾਂ 6 ਮਹੀਨੇ 18 ਦਿਨ ਮੰਡੀ ਸਾਹਿਬ ਰੁਕੇ ਤੇ ਰਾਜੇ ਨੂੰ ਤਾਰ ਕੇ ਨੂੰ ਵਰ ਬਖਸ਼ ਕੇ ਤੇ ਕਿਰਪਾ ਕਰਕੇ ਰਾਜੇ ਦੀ ਬੇਨਤੀ ਕਰਕੇ ਗੁਰੂ ਜੀ ਸਿੱਖੀ ਕਿਲੇ ਦਾ ਨਿਰਮਾਣ ਵੀ ਕਰਨਾ ਚਾਹੁੰਦੇ, ਕਿਰਪਾ ਕਰੋ ਸਾਡੇ ਕਿਲੇ ਦਾ ਨੀਂਹ ਪੱਥਰ ਰੱਖੇ ਜਾਓ, ਕਿਤੇ ਤੱਕ ਸਾਡੇ ਰਾਜ ਪਾ ਕਹਿ ਰਹਿਣਗੇ। ਗੁਰੂ ਜੀ ਫਿਰ ਮੰਡੀ ਤੋਂ ਗੁਰੂ ਕਾ ਕੋਠਾ ਸਾਹਿਬ ਜਾਣਾ ਕੀਤਾ, ਜਿਹੜਾ ਕਿ ਮੰਡੀ ਤੋਂ 30 ਕਿਲੋਮੀਟਰ ਸਫ਼ਰ ਹੈ ਤੇ ਜਗ੍ਹਾ 16 ਕਿਲੋਮੀਟਰ ਕੇ ਗੁਰੂ ਕਾ ਕੋਠਾ ਸਾਹਿਬ ਹੈ। ਪਿੰਡ ਦੇ ਵਿੱਚ ਗੁਰਦਾਰਾ ਸਾਹਿਬ ਸੋਚਦਾ, ਇੱਥੇ ਗੁਰੂ ਜੀ ਕੁਝ ਸਮਾਂ ਰੁਕੇ ਸੀਗੇ। ਉਸ ਜਗ੍ਹਾ ਤੇ ਲਗਭਗ 1500 ਫੁੱਟ ਦੇ ਆੜੇ ਦੇ ਉੱਪਰ ਰਾਜਾ ਸਿੱਧ ਸੈਨ ਨੇ ਕਿਲਾ ਤਿਆਰ ਕਰਵਾਇਆ। ਉਸ ਕਿਲੇ ਦਾ ਨੀਂਹ ਪੱਥਰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਰੱਖਿਆ ਤੇ 5 ਪਿਆਰੇ ਕਿਲੇ ਦਾ ਨਾਂ ਦਿੱਤਾ ਗੋਬਿੰਦਗੜ੍ਹ ਕਿਲਾ। ਅੱਜ ਵੀ ਮੌਜੂਦ ਹੈ, ਦੇਖ ਰੇਖ ਨਹੀਂ, ਇਸ ਕਰਕੇ ਕਿਲਾ ਖੰਡਰ ਤੇ ਉਦੇਲ ਹੋ ਚੁੱਕਿਆ ਵਾ। ਨਿਸ਼ਾਨ ਸਾਹਿਬ ਉਸ ਕਿਲੇ ਤੇ ਅੱਜ ਵੀ ਝੁਲਦਾ ਹੈ। ਕੁਝ ਸਮਾਂ ਗੁਰੂ ਜੀ ਤੇ ਰੁਕੇ ਤੇ ਵਾਪਸ ਫਿਰ ਅਨੰਦਪੁਰ ਸਾਹਿਬ ਚਲੇ ਗਏ ਸੀਗੇ, ਪਰਤ ਗਏ ਸੀਗੇ। ਆ ਜਗ੍ਹਾ ਤੇ ਆਉਣ ਦਾ ਕਾਰਨ ਸੀਗਾ ਬਾਈ ਧਾਰ ਦੇ ਪਹਾੜੀ ਰਾਜੇ ਧੋਖੇ ਕਰਕੇ ਬੁਲਾਇਆ ਸੀਗਾ। ਇਹ ਜਗ੍ਹਾ ਸੁਬਲੇਸ ਕਰਕੇ ਚੁਣੀ ਗਈ ਸੀਗੀ ਕਿਉਂਕਿ ਇੱਥੇ ਆਉਣ ਦਾ ਤੇ ਜਾਣ ਦਾ ਇੱਕ ਰਸਤਾ ਸੀਗਾ। ਪਤਾ ਸੀਗਾ ਗੁਰੂ ਜੀ ਕਬਰ ਅੰਦਰ ਆ ਗਏ ਤੇ ਬਾਹਰ ਨਹੀਂ ਨਿਕਲ ਸਕਦੇ ਸੀ, ਘੇਰਾ ਪਾ ਕੇ ਫੜ ਲਵਾਂਗੇ, ਲੇਕਿਨ ਕਾਮਯਾਬ ਨਦੀ ਜਿਹੜੀ ਸੀਗੀ ਚਾਲ ਨਹੀਂ ਹੋਈ। 1 ਮਹੀਨਾ 2 ਦਿਨ ਇੱਥੇ ਰੁਕੇ, 6 ਮਹੀਨੇ 18 ਦਿਨ ਮੰਡੀ ਸਾਹਿਬ ਰੁਕੇ ਤੇ ਵਾਪਸ ਗੁਰੂ ਕਾ ਕੋਠਾ ਹੁੰਦਿਆਂ ਹੋਇਆ ਅਨੰਦਪੁਰ ਸਾਹਿਬ ਪਹੁੰਚੇ। ਰਾਜਾ ਸਿੱਧ ਸੈਨ ਦੀ ਗੱਦੀ ਤੇ ਬਸ ਲਾ ਕੇ 5ਵੀਂ ਪੀੜ੍ਹੀ ਤੇ ਰਾਜਾ ਬੈਠਾ ਜੋਗਿੰਦਰ ਸਿੰਘ। ਉਸ ਰਾਜੇ ਨੇ ਗੁਰਦਾਰਾ ਸਾਹਿਬ ਦਾ ਨਿਰਮਾਣ ਫਿਰ ਆਪਣੀ ਰਾਣੀ ਅੰਮ੍ਰਿਤ ਕੌਰ ਦੀ ਪ੍ਰੇਰਨਾ ਸਦਕਾ, ਜੋ ਕਿ ਕਪੂਰਥਲੇ ਰਾਜੇ ਦੀ ਬੇਟੀ ਸੀਗੀ, ਉਹਦੀ ਪ੍ਰੇਰਨਾ ਸਦਕਾ ਜਗ੍ਹਾ ਤੇ ਗੁਰੂਆਂ ਦੀ ਯਾਦ ਵਿੱਚ ਗੁਰਦਾਰਾ ਸਾਹਿਬ ਤਿਆਰ ਕਰਵਾਇਆ ਗਿਆ। ਮਿਸਤਰੀ ਨੂੰ ਆਖਿਆ ਗਿਆ, ਮਿਸਤਰੀ ਕਹਿੰਦੇ ਰਾਜਨ ਸਾਨੂੰ ਗੁਰਦਾਰਾ ਨਹੀਂ ਬਣਾਉਣਾ ਆਉਂਦਾ, ਕਿੱਦਾਂ ਬਣਾਈਦਾ, ਤੁਸੀਂ ਆਖੋ ਤਾਂ ਅਸੀਂ ਮੰਦਿਰ ਤਿਆਰ ਕਰ ਦਿੰਦੇ, ਕਿਉਂਕਿ ਅਸੀਂ ਮੰਦਿਰ ਬੜੇ ਬਣਾਏ ਹੋਏ ਹਾਂ। ਰਾਜਾ ਕਹਿੰਦਾ ਠੀਕ ਹੈ, ਪਰ ਹਰੀ ਦਾ ਮੰਦਿਰ ਤਿਆਰ ਕਰਾਂਗੇ। ਆਪ ਘੋੜੇ ਤੇ ਸਵਾਰ ਕੇ ਇੱਕ ਮਿਸਤਰੀ ਆਪਣੇ ਨਾਲ ਲੈ ਕੇ ਹਰਿਮੰਦਰ ਸਾਹਿਬ ਗਿਆ। ਹਰਿਮੰਦਰ ਸਾਹਿਬ ਜਾ ਕੇ ਉਸ ਜਗ੍ਹਾ ਤੇ ਹਰਿਮੰਦਰ ਸਾਹਿਬ ਤੋਂ ਪਰਮਿਸ਼ਨ ਲਿਆ ਕਰਕੇ ਜੋ ਨਕਸ਼ਾ ਹਰਿਮੰਦਰ ਸਾਹਿਬ ਹੈਗਾ ਸੇਮ ਜਗ੍ਹਾ ਤੇ ਅੰਦਰ ਤੋਂ ਤਿਆਰ ਕੀਤਾ ਗਿਆ ਹੋਇਆ। ਜੋ ਹਰਿਮੰਦਰ ਸਾਹਿਬ ਦਾ ਹਾਲ ਹੈਗਾ 30 ਬਾਈ 30 ਇੱਥੇ ਵੀ ਹਾਲ 30 ਬਾਈ 30 ਦਾ ਹੈਗਾ। ਜਿੰਨਾ ਪੱਥਰ ਬਿਲਡਿੰਗ ਵਾਸਤੇ ਲਿਆਇਆ ਗਿਆ ਸਾਰਾ ਸਾਰਾ ਰਿਜੈਕਟ ਕਰ ਦਿੱਤਾ ਗਿਆ। ਰਿਜੈਕਟ ਹੋਇਆ ਪੱਥਰ ਸਾਰੇ ਇਤਿਹਾਸਿਕ ਪੌੜੀ ਜਿਹੜੀ ਸਾਰੀਆਂ ਲੱਗੀਆਂ ਹੋਈਆਂ ਨੇ, ਸਾਰਾ ਪੱਤੇ ਦੀਆਂ ਪੌੜੀਆਂ ਲੱਗੇ 108 ਪੌੜੀਆਂ ਹੈਗੀ ਸਾਰੀਆਂ ਪੌੜੀ ਸਾਰਾ ਪੱਥਰ ਲੱਗਿਆ ਹੋਇਆ। ਆਹ ਪੱਥਰ ਜਿਹੜਾ ਇਸ ਵੇਲੇ ਬਿਲਡਿੰਗ ਨਾਲ ਲੱਗੀ ਜਾਂਦਾ ਲੋਕਲ ਇੱਥੇ ਸ਼ਿਮਲਾ ਭੇਜਿਆ ਗਿਆ, ਸ਼ਿਮਲਾ ਲੈਬੋਰੇਟਰੀ ਤੋਂ ਪਾਸ ਹੋ ਕੇ ਵਾਪਸ ਆਇਆ। ਬਿਲਡਿੰਗ ਵਾਸਤੇ ਯੂਜ਼ ਕੀਤਾ ਗਿਆ। ਉਸ ਵੇਲੇ ਜਿੰਨੇ ਵੀ ਇਸ ਬਿਲਡਿੰਗ ਦੀ ਚੁਣਾਈ ਕੀਤੀ ਗਈ ਹੈ ਮਾਹ ਦੇ ਦਾਲ ਦੇ ਨਾਲ ਕੀਤੀ ਗਈ ਹੈ। ਮਾਹ ਦੀ ਦਾਲ ਨੂੰ ਪੀਸ ਕਰਕੇ ਉਹਦਾ ਆਟਾ ਤਿਆਰ ਕਰਕੇ ਤੇ ਹੋਰ ਵੀ ਚੂਨਾ ਪੱਥਰ ਜੋ ਵੀ ਕੋਲਾ ਜਾਂ ਇਤਿਆਦਿ ਯੂਜ਼ ਹੁੰਦਾ ਸੀਗਾ। ਮੇਦੇ ਵਿੱਚ ਮਾਹ ਦੀ ਦਾਲ ਹੈ ਤੇ ਸਰੀਅਤ ਰਹਿਤ ਹੈਗੀ, ਕੋਈ ਸਰੀਆ ਬਿਲਡਿੰਗ ਦੇ ਵਿੱਚ ਨਹੀਂ, ਵਿਦਾਊਟ ਸਰੀਆ ਸਾਰੀ ਬਿਲਡਿੰਗ ਟਿਕੀ ਹੈ। ਲਗਭਗ 28,000 ਇਸ ਬਿਲਡਿੰਗ ਦਾ ਉਸ ਵੇਲੇ ਪੱਥਰ ਲੱਗਿਆ ਸੀਗਾ ਤੇ 16,000 ਖਰਚਾ ਆਇਆ ਸੀਗਾ, ਜੋ ਕਿ ਰਾਜਾ ਜੋਗਿੰਦਰ ਸਿੰਘ ਨੇ ਆਪਣੇ ਕੋਸ ਤੋਂ ਕੱਟ ਕੇ ਦਿੱਤਾ। 1928 ਦੇ ਵਿੱਚ ਇਸ ਇਮਾਰਤ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ 1930 ਦੇ ਵਿੱਚ ਸਾਰੀ ਇਮਾਰਤ ਬਣ ਕੇ ਤਿਆਰ ਹੋਈ ਹੈ। ਲਗਭਗ 90 ਸਾਲ ਤੋਂ ਉੱਪਰ ਇਸ ਇਮਾਰਤ ਨੂੰ ਬਣੀ ਹੋ ਗਈ। ਕਿਸੇ ਵੀ ਪ੍ਰਕਾਰ ਦੀ ਕੋਈ ਡੈਕੋਰੇਸ਼ਨ ਭੰਤਰ ਚੇਂਜਿੰਗ ਨਹੀਂ ਹੋਈ ਹੈ, ਸਿਵਾਏ ਜਿਹੜੀ ਉੱਪਰ ਲਾਈਟਾਂ ਦੀ ਫਿਟਿੰਗ ਹੋਈ, ਸਟੇਜ ਦੀ ਫਿਟਿੰਗ ਬਾਅਦ 'ਚ ਹੋਈ ਹੈ। ਪਾਲਕੀ ਸਾਹਿਬ ਬਾਅਦ 'ਚ ਬਣ ਕੇ ਆਈ ਹੈ। ਬਜ਼ੁਰਗ ਦੱਸਦੇ ਕਹਿੰਦੇ ਜਦੋਂ ਇੱਥੇ ਨਾ ਤਾਂ ਗੁਰਦੁਆਰਾ ਸਾਹਿਬ ਬਣਿਆ ਸੀਗਾ ਤੇ ਨਾ ਹੀ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀਗਾ। ਸਾਡੇ ਜਿਹੜੇ ਦਾਦੇ ਪੜਦਾਦੇ ਆ ਇਸ ਥੜੇ ਸਾਹਿਬ ਨੂੰ ਨਹਾ ਕੇ ਧੋ ਕੇ ਇਹਦੀ ਪੂਜਾ ਕਰਕੇ ਧੁੱਪ ਇਸ਼ਨਾਨ ਕਰਵਾ ਕਰਕੇ ਜੋ ਵੀ ਦੁੱਧ ਪੁੱਤ ਮੰਗਦੇ ਸੀਗੇ ਸਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਸੀਗੀਆਂ। ਅੱਜ ਵੀ ਅਜੇ ਕਮੀ ਜਗ੍ਹਾ ਤੇ ਕੋਈ ਨਹੀਂ। 1930 ਦੀ ਵਿਸਾਖੀ ਨੂੰ ਪਹਿਲਾ ਪ੍ਰਕਾਸ਼ ਕੀਤਾ ਗਿਆ। ਭਾਈ ਸਾਹਿਬ ਭਾਈ ਗੰਗਾ ਸਿੰਘ ਜੀ ਹਸਨਾਲੇ ਦੇ ਰਹਿਣ ਵਾਲੇ ਸੀਗੇ। ਸੁਭਾਗ ਸਮਾਪਤ ਤੇ ਪ੍ਰਕਾਸ਼ ਗੰਗਾ ਪ੍ਰਕਾਸ਼ ਕੀਤਾ ਗਿਆ। ਉਹਦਾ ਨਾਮ ਆਇਆ ਸੀਗਾ ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰ ਜਲ ਛਾਇਆ ਰਾਮ। ਇਹ ਮੁਖਵਾਸ 1604 ਦੇ ਵਿੱਚ ਬਾਬਾ ਬੁੱਢਾ ਜੀ ਮੁਖਾਰਬੰਦ ਹਰਮੰਦਰ ਸਾਹਿਬ ਵਿਖੇ ਸੀਗਾ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀਗਾ। ਤੇ ਇਹ ਮੁਖਵਾਸ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਪ੍ਰਕਾਸ਼ 1930 ਦੀ ਵਿਸਾਖੀ ਨੂੰ ਕੀਤਾ ਗਿਆ ਉਸ ਵੇਲੇ ਜਗ੍ਹਾ ਤੇ ਆਏ ਹੋਏ ਹੋ। ਬਾਕੀ ਬਾਰੇ ਇੱਕ ਫੋਟੋ ਵੀ ਲੱਗੀ ਗੁਰਦਾਸ ਸਾਹਿਬ ਦੇ ਕੰਨੇ ਨਾਲ ਆਪ ਜੀ ਦੇਖੀ ਗਈ 1934 ਦੇ ਲੱਗੀ। ਉਸ ਵੇਲੇ ਆਲੇ ਦੁਆਲੇ ਕੁਛ ਨਹੀਂ ਸੀਗਾ। ਜਿਹੜੀ ਦੇਖ ਰੇਖ ਹੈ ਫਿਰ 1984 ਦੇ ਵਿੱਚ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਨੰਦਗੜ੍ਹ ਅਨੰਦਪੁਰ ਸਾਹਿਬ ਵਾਲਿਆਂ ਨੇ ਇਸ ਦੀ ਪੂਰੀ ਸੇਵਾ ਜਿਹੜੀ ਸੰਭਾਲੀ ਹੋਈ ਹੈ। ਨਿਰੰਤਰ ਸੇਵਾ ਕਾਰ ਸਾਹਿਬ ਕੋਲ ਚੱਲਦੀ ਪਈ ਹੈ। ਇਸ ਵੇਲੇ ਜਿਹੜੇ ਮੁੱਖ ਪ੍ਰਬੰਧਕ ਨੇ ਸੰਤ ਬਾਬਾ ਸੁੱਚਾ ਸਿੰਘ ਜੀ ਸੇਵਾ ਸੰਭਾਲ ਰਹੇ ਨੇ। ਜੋ ਤਿਲਫੁਲ ਭੇਟਾ ਸੰਦਾ ਚੜ੍ਹਾਈਆਂ ਦੇ ਨਾਲ 24 ਘੰਟੇ ਦਾ ਲੰਗਰ ਚੱਲਦਾ ਹੈ। ਇਮਾਰਤ ਜੋ ਵੀ ਛੋਟੇ ਮੋਟੇ ਖਰਚੇ ਵਰਚੇ ਆਪ ਜੀ ਸੰਗਤ ਸੇ ਨਾਲੀ ਜਗ੍ਹਾ ਤੇ ਕੀਤੇ ਜਾ ਰਹੇ ਨੇ। ਤੇ ਜਿੰਨੇ ਕਦਮ ਚੱਲ ਕਰਕੇ ਆਪ ਜੀ ਦੁਗਣੇ ਕਰਕੇ ਗੁਰਜੀ ਦਰ ਤੱਕ ਮਜ਼ਦੂਰ ਕਰਨ ਯਾਤਰਾਵਾਂ ਸਪਨੀ ਕਰਨ ਚੜ੍ਹਦੀਆਂ ਕਲਾ ਚੱਕਣ ਰਹਿੰਦੀਆਂ ਯਾਦ ਵਿੱਚ ਆਪ ਨਾ ਜਾਣ ਦੀ ਕਿਰਪਾਲਤ ਕਰਨ ਮੇਰ ਕਿਰਪਾ ਕਰਨ। ਅੱਜ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਕਾਲ ਸੀ ਕਦੇ ਸਮਾਰ ਦੇ ਨਿੱਕਾ ਜਿਹਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।